हेलो फ्रेंड्स, गुड मॉर्निंग। अज का अपना जो टॉपिक है ये टॉपिक है विलियम गोल्डिंग। विलियम गोल्डिंग बड़े अच्छे मतलब कि जोड़े प्ले राइट होए ने पोइट होए ने इंग्लिश के। तो इन्हों का जोड़ा फुल नेम है, हिज फुल नेम वाज सर विलियम गेराल्ड गोल्डिंग। इन्हों का पूरा जोड़ा नाम है विलियम गेराल्ड गोल्डिंग है। इन्हों का जन्म 19 सितंबर 1911 न्यू कोए इंग्लैंड वैस्ट इंग्लैंड का एरिया वो होया सी। तो इन्हों की जी डैथ है 19 जून 1993 इन पैरना वॉर्थल, ये भी इंग्लैंड का एरिया, मतलब इन्हों की डैथ भी इंग्लैंड के ही हुई सी। इन्हों के जोड़े पिता जी सीगे वो एक साइंस टीचर सीगे अते इन्हों की जी मदर सीगी एक एक्टिव सफरेगेट। सफरेगेट वो हुंदा कि वो वाली वूमन जिहड़ी औरतों के हक के लिए, मतलब औरतों के वोट के हक के लिए लड़ती है और औरतों के बाकी अधिकारों के लिए लड़ती है। वो एक एक्टिव मतलब एक्टिविस्ट सीगे ये वाली चीज़ों के लिए लड़न के लिए। तो जोड़े विलियम गोल्डिन ने ये ब्रिटिश नॉवलिस्ट होए ने जी, प्ले राइट होए ने अते एक बहुत ही ज़्यादा फेमस पोइट भी होए ने। In 1930, Golding went to Brasenose College, Oxford, where he read natural sciences for 2 years before transferring to English literature. विलियम ਜਿਹੜੇ ਗੋਲਡਿੰਗ ਸੀਗੇ 1930 ਦੇ ਵਿੱਚ ਕਾਲਜ ਦੇ ਵਿੱਚ ਗਏ, ਜਿਹੜਾ ਬਰਾਸੀਨੋਜ਼ ਕਾਲਜ ਹੈ ਆਕਸਫੋਰਡ ਦੇ ਵਿੱਚ। ਤਾਂ ਉੱਥੇ ਪਹਿਲਾਂ ਇਹ ਨੈਚੁਰਲ ਸਾਇੰਸਿਸ ਦੇ ਸਟੂਡੈਂਟ ਰਹੇ ਨੇ 2 ਸਾਲ ਦੇ ਲਈ। 2 ਸਾਲ ਇਹਨਾਂ ਨੇ ਸਾਇੰਸ ਦੀ ਪੜ੍ਹਾਈ ਕੀਤੀ ਹੈ ਤੇ ਉਸ ਤੋਂ ਬਾਅਦ ਇਹ ਮੂਵ ਔਨ ਹੋਏ ਨੇ ਇੰਗਲਿਸ਼ ਲਿਟਰੇਚਰ ਦੇ ਵਿੱਚ। ਡਿਊਰਿੰਗ ਵਰਲਡ ਵਾਰ 2 ਗੋਲਡਿੰਗ ਜੁਆਇਨਡ ਦਾ ਰਾਇਲ ਨੇਵੀ ਇਨ 1940। 1940 ਦੇ ਵਿੱਚ ਇਹਨਾਂ ਨੇ ਜਿਹੜੀ ਨੇਵੀ ਹੈ ਵਰਲਡ ਵਾਰ 2 ਦੇ ਦੌਰਾਨ ਨੇਵੀ ਦੇ ਵਿੱਚ ਵੀ ਇਹਨਾਂ ਨੇ ਜੁਆਇਨ ਕੀਤੀ ਸੀ। ਨੈਕਸਟ ਹੈ ਜੀ, ਹੀ ਵਾਜ਼ ਅ ਸਕੂਲ ਮਾਸਟਰ ਟੀਚਿੰਗ ਇੰਗਲਿਸ਼ ਐਂਡ ਮਿਊਜ਼ਿਕ ਐਟ ਮੇਡਸਟੋਨ ਗ੍ਰਾਮਰ ਸਕੂਲ। ਉਹ ਇੱਕ ਟੀਚਰ ਵੀ ਰਹੇ ਨੇ ਜੋ ਇਹ ਇੰਗਲਿਸ਼ ਦੇ ਟੀਚਰ ਰਹੇ ਨੇ ਅਤੇ ਮੇਡਸਟੋਨ ਗ੍ਰਾਮਰ ਸਕੂਲ ਦੇ ਵਿੱਚ 1938 ਤੋਂ ਲੈ ਕੇ 1940 ਦੇ ਵਿੱਚ ਇਹ ਮਿਊਜ਼ਿਕ ਟੀਚਰ ਵੀ ਰਹੇ ਨੇ। ਉਸ ਤੋਂ ਬਾਅਦ ਇਹਨਾਂ ਨੇ ਟੀਚ ਕੀਤੀ ਹੈ ਫਿਲਾਸਫੀ ਅਤੇ ਉਸ ਤੋਂ ਬਾਅਦ ਫਿਰ ਇੰਗਲਿਸ਼ ਟੀਚ ਕੀਤੀ ਹੈ 1939 ਦੇ ਵਿੱਚ। Then just English from 1945 to 1962 at Bishop Wordsworth School। ਫਿਰ ਇਹਨਾਂ ਨੇ ਸਕੂਲ ਵੀ ਆਪਣਾ ਚੇਂਜ ਕੀਤਾ। ਬਿਸ਼ਪ ਵਰਡਸਵਰਥ ਸਕੂਲ ਸੀਗਾ ਜਿਹੜਾ ਸੈਲਿਸਬਰੀ ਦੇ ਵਿੱਚ ਵਿਲਟਸ਼ਾਇਰ ਦੇ ਵਿੱਚ, ਉੱਥੇ ਇਹਨਾਂ ਨੇ ਟੀਚ ਕੀਤਾ। ਮਤਲਬ ਇਹਨਾਂ ਨੇ ਅਲੱਗ-ਅਲੱਗ ਜਿਹੜੇ ਸਬਜੈਕਟਸ ਨੇ ਉਹ ਵੀ ਟੀਚ ਕੀਤੇ ਨੇ। ਇਸ ਤੋਂ ਨੈਕਸਟ ਹੈ ਜੀ, in 1954 after facing at least 21 rejections from publishing companies all over the England, Golding finally got his first work of fiction Lord of the Flies। ਕਿ ਜਿਹੜਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਫੇਮਸ ਫਿਕਸ਼ਨ ਹੋਈ ਹੈ ਲॉर्ड ऑफ द फ्लाइज। ਇਹਨੂੰ ਪਹਿਲਾਂ 21 ਜਿਹੜੀਆਂ ਰਿਜੈਕਸ਼ਨਸ ਹੋ ਗਈਆਂ ਸੀ ਅਪਰੋਕਸੀਮੇਟਲੀ, ਕਿ 21 ਜਿਹੜੇ ਪਬਲਿਸ਼ਰ ਸੀ ਉਹਨਾਂ ਨੇ ਰਿਜੈਕਟ ਕਰਤਾ ਸੀ ਇਹਨੂੰ। ਇਸ ਤੋਂ ਬਾਅਦ ਇਹਨੂੰ ਫੇਵਰ ਐਂਡ ਫੇਵਰ ਜਿਹੜੀ ਪਬਲਿਸ਼ਿੰਗ ਕੰਪਨੀ ਹੈ ਲੰਡਨ ਦੀ ਉਹਨੇ ਅਸੈਪਟ ਕੀਤਾ ਪਬਲਿਸ਼ਿੰਗ ਦੇ ਲਈ। ਇਹ ਵਾਲੀ ਜਿਹੜੀ ਲॉर्ड ऑफ फ्लाइज ਸੀਗੀ, ਦ ਬੁੱਕ ਵਾਜ਼ ਬੇਸਡ ਔਨ ਦ ਬਰੂਟੈਲਿਟੀ ऑफ ह्यूमन नेचर। इंसान की ह्यूमन नेचर की जी ब्रूटैलिटी है उन्होंने दर्शाती है। नैक्सट इन 1955 हिज अनदर नॉवल वाज पब्लिश्ड नेम इनहैरिटर। 1955 उन्होंने एक होर जोड़ा नॉवल सीगा इनहैरिटर्स वो पब्लिश होया। दिस वाज वन ऑफ द गोल्डिंग्स मोस्ट फेमस नॉवल्स फ्रॉम इस लिटरेरी कैरियर। ये वाला जोड़ा उन्होंने नॉवल सीगा उन्होंने जोड़ा लिटरेरी कैरियर सीगा वो बड़ा ही ज़्यादा फेमस नॉवल सीगा। इट वाज बेस्ड ऑन द वायलेंट एंड डिसिप्टिव नेचर ऑफ द ह्यूमन बीइंग। ये भी जोड़ा नॉवल सीगा ह्यूमन बीइंग की जी नेचर सीगी उहदे उपर बेस्ड सीगा। इन 1956 हिज पिंचर मार्टिन केम आउट एंड इट वाज अ फिक्शन बेस्ड ऑन हिज एक्सपीरियंस विद द आर्मी वार सर्वाइवल एंड ब्रूटैलिटी लाइक लॉर्ड ऑफ फ्लाइज। 1956 ਦੇ ਵਿੱਚ ਇੱਕ ਉਹਨਾਂ ਦਾ ਨਾਵਲ ਹੈ ਜਿਹੜਾ ਪਿੰਚਰ ਮਾਰਟਿਨ ਉਹ ਪਬਲਿਸ਼ ਹੁੰਦਾ ਹੈ ਤੇ ਇਹ ਵੀ ਇੱਕ ਤਰੀਕੇ ਦੀ ਫਿਕਸ਼ਨ ਆ। ਉਹਨਾਂ ਦੀ ਜਿਹੜੀ ਆਰਮੀ ਦੀ ਲਾਈਫ ਸੀਗੀ, ਜੰਗ ਦੀ ਕਿਸ ਤਰੀਕੇ ਦੇ ਹਾਲਾਤ ਸੀਗੇ ਅਤੇ ਉਹਨਾਂ ਦਾ ਸਰਵਾਈਵਲ ਸੀਗਾ ਕਿਸ ਤਰੀਕੇ ਦਾ, ਉਹਦੇ ਉੱਪਰ ਬੇਸਡ ਇਹ ਨਾਵਲ ਸੀਗਾ। ਇਨ ਹਿਜ਼ 1967 ਨਾਵਲ 1967 ਦੇ ਵਿੱਚ ਉਹਨਾਂ ਦਾ ਇੱਕ ਨਾਵਲ ਸੀਗਾ ਦ ਪਿਰਾਮਿਡ 3 ਸੈਪਰੇਟ ਸਟੋਰੀਜ਼ ਇਨ ਅ ਸ਼ੇਅਰਡ ਸੈਟਿੰਗ। ਉਹਨਾਂ ਦਾ ਇੱਕ ਨਾਵਲ ਸੀਗਾ ਦ ਪਿਰਾਮਿਡ ਜਿਹਦੇ ਵਿੱਚ 3 ਅਲੱਗ-ਅਲੱਗ ਸਟੋਰੀ ਸੀਗੀਆਂ। ਉਹ ਵਾਲੀ ਇਹਨਾਂ ਦਾ ਨਾਵਲ ਸੀਗਾ ਜਿਹੜਾ ਪਬਲਿਸ਼ ਹੋਇਆ ਸੀਗਾ, ਜਿਹੜਾ ਇਹਨਾਂ ਦੇ ਨਾਲ ਜੋੜਿਆ ਗਿਆ। ਇਸ ਤੋਂ ਬਾਅਦ ਜੀ ਦ ਸਕੋਰਪੀਅਨ ਗੋਡ ਕੰਸਿਸਟ ਆਫ 3 ਨੋਵੇਲਾਸ। ਇੱਕ ਇਹਨਾਂ ਦਾ ਨਾਵਲ ਹੋਰ ਜਿਹੜਾ ਸੀਗਾ ਪਬਲਿਸ਼ ਹੋਇਆ 1971 ਦੇ ਵਿੱਚ ਦ ਸਕੋਰਪੀਅਨ ਗੋਡ। ਇਹਦੇ ਵਿੱਚ 3 ਅਲੱਗ-ਅਲੱਗ ਜਿਹੜੇ ਨੋਵੇਲਾ ਸੀਗੇ। ਦ ਫਸਟ ਸੈਟ ਇਨ ਦ ਪ੍ਰੀ ਹਿਸਟੋਰਿਕ ਅਫਰੀਕਨ ਹੰਟਰ
ਗੈਦਰ ਬੈਂਡ ਕਲੌਂਕ ਕਲੌਂਕ, ਪਹਿਲਾ ਜਿਹੜਾ ਸੀਗਾ ਉਹ ਅਫਰੀਕਨ ਜਿਹੜੀ ਹਿਸਟਰੀ ਸੀ ਉਹਦੇ ਨਾਲ ਰਿਲੇਟਡ ਸੀਗਾ ਇਹਨਾਂ ਦਾ, ਕਲੌਂਕ ਕਲੌਂਕ ਬੈਂਡ ਸੀਗਾ ਉਹਦੇ ਨਾਲ ਰਿਲੇਟਡ ਸੀ। ਸੈਕਿੰਡ ਦਾ ਸੈਟਅਪ ਕੀਤਾ ਗਿਆ ਸੀ ਇਨ ਐਨ ਏਂਸ਼ੀਅੰਟ ਇਜਿਪਟੀਅਨ ਕੋਰਟ ਦਾ ਸਕੋਰਪੀਅਨ ਗੋਡ, ਜਿਹਦਾ ਨਾਮ ਸੀ ਮਤਲਬ ਏਂਸ਼ੀਅਨ ਇਜਿਪਟੀਅਨ ਜਿਹੜੀ ਕੋਰਟ ਸੀਗੀ ਉਹਨੂੰ ਦਿਖਾਇਆ ਗਿਆ ਸੀਗਾ। ਐਂਡ ਦਾ ਥਰਡ ਇਨ ਦਾ ਕੋਰਟ ਆਫ ਰੋਮਨ ਇੰਪਰਰ ਐਨਵੋਏ ਐਕਸਟਰਾਆਰਡਨਰੀ, ਅਤੇ ਜਿਹੜਾ ਤੀਸਰਾ ਸੈਟਅਪ ਕੀਤਾ ਗਿਆ ਸੀਗਾ ਨੋਵੈਲਾ ਦੇ ਵਿੱਚ ਉਹ ਰੋਮਨ ਇੰਪੈਰਰ ਦਾ ਕੀਤਾ ਗਿਆ ਸੀਗਾ। ਇਸ ਤੋਂ ਬਾਅਦ ਹੈ ਜੀ ਹਿਸ ਲੇਟਰ ਨੋਵਲਸ ਇਨਕਲੂਡ ਡਾਰਕਨੈਸ ਵਿਜ਼ੀਬਲ 1979 ਦੇ ਵਿੱਚ ਜਿਹੜਾ ਪਬਲਿਸ਼ ਹੋਇਆ ਸੀਗਾ। ਇਹ ਨਾਵਲ ਕਿਸ ਦੇ ਉੱਪਰ ਬੇਸਡ ਸੀਗਾ, ਵਿਚ ਇਜ਼ ਅਬਾਊਟ ਅ ਟੈਰਰਿਸਟ ਗਰੁੱਪ, ਅ ਟੀਚਰ ਐਂਡ ਮਿਸਟੀਰੀਅਸ ਐਂਜਲ ਲਾਈਕ ਫਿਗਰ ਹੂ ਸਰਵਾਈਵਸ ਅ ਫਾਇਰ ਇਨ ਦਾ ਬਲਿਡਸ। ਇਹ ਜਿਹੜਾ ਨਾਵਲ ਸੀਗਾ ਇੱਕ ਟੈਰਰਿਸਟ ਗਰੁੱਪ ਦੇ ਉੱਪਰ ਬੇਸਡ ਸੀਗਾ, ਇੱਕ ਟੀਚਰ ਦੀ ਕਹਾਣੀ ਦਰਸਾਉਂਦਾ ਸੀਗਾ ਅਤੇ ਇੱਕ ਮਿਸਟੀਰੀਅਸ ਐਂਜਲ ਸੀਗੀ ਜਿਹੜੀ ਬਚਾਉਂਦੀ ਹੈ, ਸਰਵਾਈਵ ਕਰਦੀ ਆ ਕੇ ਇੱਕ ਸਡਨ ਲੱਗੀ ਅੱਗ ਚੋਂ। ਨੈਕਸਟ ਹੈ ਜੀ ਦਾ ਪੇਪਰਮੈਨ, ਇਹ ਪਬਲਿਸ਼ ਹੋਇਆ 1984 ਦੇ ਵਿੱਚ, ਵਿਚ ਇਜ਼ ਅਬਾਊਟ ਦਾ ਕਨਫਲਿਕਟ ਬਿਟਵੀਨ ਅ ਰਾਈਟਰ ਐਂਡ ਹਿਸ ਬਾਇਓਗ੍ਰਾਫਰ। ਇੱਕ ਕਨਫਲਿਕਟ ਨੂੰ ਦਿਖਾਇਆ ਗਿਆ ਰਾਈਟਰ ਤੇ ਉਹਦੇ ਬਾਇਓਗ੍ਰਾਫਰ ਦੇ ਵਿੱਚ। ਹੀ ਵਾਜ਼ ਫੇਮਸ ਫॉर ਹਿਜ਼ ਸੀ ਟਰਾਇਲੋਜੀ, ਜਿਹੜੇ ਵਿਲੀਅਮ ਗੋਲਡਿੰਗ ਸੀਗੇ ਇਹ ਆਪਣੀ ਇੱਕ ਸੀ ਟਰਾਇਲੋਜੀ ਦੇ ਵਾਸਤੇ ਵੀ ਫੇਮਸ ਹੋਏ ਨੇ। ਇਹਦੇ ਵਿੱਚ ਇਹਨਾਂ ਦੇ ਜਿਹੜੇ ਨਾਵਲ ਸੀਗੇ ਉਹ ਕਿਹੜੇ ਸੀਗੇ, ਇਹਨਾਂ ਦੀ ਜਿਹੜੀ ਬੇਸਿਕਲੀ ਟਰਾਇਲੋਜੀ ਸੀ ਉਹਦਾ ਨੇਮ ਸੀਗਾ ਟੂ ਦ ਐਂਡਸ ਆਫ ਦ ਅਰਥ, ਵਿਚ ਇਨਕਲੂਡਸ, ਇਹਦੇ ਵਿੱਚ ਅਲੱਗ-ਅਲੱਗ 3 ਤਰੀਕੇ ਦੇ ਜਿਹੜੇ ਨਾਵਲ ਸੀਗੇ ਉਹ ਸੀਗੇ। ਰਾਈਟਸ ਆਫ ਪੈਸੇਜ 1980 ਦੇ ਵਿੱਚ ਪਬਲਿਸ਼ ਹੋਇਆ, ਕਲੋਜ਼ ਕੁਆਟਰਸ 1987 ਦੇ ਵਿੱਚ ਪਬਲਿਸ਼ ਹੋਇਆ ਐਂਡ ਫਾਇਰ ਡਾਊਨ ਬਿਲੋ 1989 ਦੇ ਵਿੱਚ ਪਬਲਿਸ਼ ਹੋਇਆ। ਇਨ 1980 ਦੇ ਵਿੱਚ ਹੀ ਵਾਜ਼ ਅਵਾਰਡਡ ਬਾਏ ਦ ਬੁੱਕਰ ਪ੍ਰਾਈਜ਼ ਆਫ ਰਾਈਟਸ ਆਫ ਪੈਸੇਜ, ਦ ਫਰਸਟ ਨਾਵਲ ਇਨ ਵਟ ਬਿਕੇਮ ਹਿਜ਼ ਸੀ ਟ੍ਰਾਇਲੋਜੀ ਟੂ ਦ ਐਂਡਸ ਆਫ ਦ ਅਰਥ। 1980 ਦੇ ਵਿੱਚ ਉਹਨਾਂ ਨੂੰ ਬੁੱਕਰ ਪ੍ਰਾਈਜ਼ ਮਿਲਿਆ ਸੀਗਾ ਉਹਨਾਂ ਦੀ ਜਿਹੜੀ ਟਰਾਇਲੋਜੀ ਸੀਗੀ ਦ ਐਂਡਸ ਆਫ ਦ ਅਰਥ ਦੇ, ਜਿਹੜਾ ਫਰਸਟ ਬੁੱਕ ਸੀਗੀ, ਫਰਸਟ ਨਾਵਲ ਸੀਗਾ ਰਾਈਟਸ ਆਫ ਪੈਸੇਜ ਦੇ ਲਈ। ਹੀ ਵਾਜ਼ ਅਵਾਰਡਡ ਦਾ ਨਾਵਲ ਪ੍ਰਾਈਜ਼ ਇਨ ਲਿਟਰੇਚਰ ਇਨ 1983 ਦੇ ਵਿੱਚ ਇਹਨਾਂ ਨੂੰ ਨਾਵਲ ਪ੍ਰਾਈਜ਼ ਵੀ ਮਿਲਿਆ। ਐਜ਼ ਅ ਰਿਜ਼ਲਟ ਆਫ ਹਿਜ਼ ਕੰਟਰੀਬਿਊਸ਼ਨਸ ਟੂ ਲਿਟਰੇਚਰ ਗੋਲਡਿੰਗ ਵਾਜ਼ ਨਾਈਟਡ ਇਨ ਦਾ 1988, ਉਹਨਾਂ ਨੂੰ ਨਾਈਟ ਦੀ ਉਪਾਧੀ ਦਿੱਤੀ ਗਈ ਸੀਗੀ 1988 ਦੇ ਵਿੱਚ ਉਹਨਾਂ ਦੇ ਜਿਹੜਾ ਲਿਟਰੇਚਰ ਦਾ ਕੰਟਰੀਬਿਊਸ਼ਨ ਦੇਖਦੇ ਹੋਏ। ਹੀ ਵਾਜ਼ ਅ ਫੈਲੋ ਆਫ ਰਾਇਲ ਸੁਸਾਇਟੀ ਇਨ ਲਿਟਰੇਚਰ, ਉਹ ਇੱਕ ਰਾਇਲ ਸੁਸਾਇਟੀ ਹੈ ਜਿਹੜੀ ਬ੍ਰਿਟਿਸ਼ ਲਿਟਰੇਚਰ ਦੀ, ਉਹਦੇ ਵੀ ਫੈਲੋ ਰਹੇ ਨੇ। In 2008, the Times ranked Golding third on their list on the 50 greatest British writers since 1945। 1945 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਫੇਮਸ ਬ੍ਰਿਟਿਸ਼ ਰਾਈਟਰਸ ਹੋਏ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਮਤਲਬ ਕਿ ਥਰਡ ਰੈਂਕ ਸੀਗਾ ਵਿਲੀਅਮ ਗੋਲਡਿੰਗ ਦਾ 2008 ਦੇ ਵਿੱਚ। ਅਤੇ ਇਹਨਾਂ ਦੇ ਕੁਛ ਆਪਾਂ ਫੇਮਸ ਜਿਹੜੇ ਵਰਕਸ ਨੇ ਉਹਨਾਂ ਦੀ ਗੱਲ ਕਰਦੇ ਹਾਂ। ਪੋਇਟਰੀ, ਪਹਿਲਾਂ ਇਹਨਾਂ ਦੀ ਜਿਹੜੀ ਪੋਇਟਰੀ ਲਿਖੀ ਹੈ ਪੋਇਮਸ ਇਹਨਾਂ ਦੀ ਇੱਕ ਪਬਲਿਸ਼ ਹੋਈ ਸੀ 1934 ਦੇ ਵਿੱਚ ਬੁੱਕ। ਉਸ ਤੋਂ ਬਾਅਦ ਇਹਨਾਂ ਦਾ ਡਰਾਮਾ ਪਬਲਿਸ਼ ਹੋਇਆ ਦ ਬਰਾਸ ਬਟਰਫਲਾਈ 1958 ਦੇ ਵਿੱਚ। ਨਾਵਲਸ ਇਹਨਾਂ ਦੇ ਜਿਹੜੇ ਫੇਮਸ ਨੇ ਕੁਛ, ਲਾਰਡ ਆਫ ਦ ਫਲਾਈਜ਼ 1954 ਦੇ ਵਿੱਚ, ਦ ਇਨਹੈਰੀਟਰ 1955 ਦੇ ਵਿੱਚ, ਪਿੰਚਰ ਮਾਰਟਿਨ 1956 ਦੇ ਵਿੱਚ, ਫਰੀ ਫਾਲ 1959 ਦੇ ਵਿੱਚ, ਦ ਸਪਾਇਰ 1964 ਦੇ ਵਿੱਚ, ਦ ਪਿਰਾਮਿਡ 1967 ਦੇ ਵਿੱਚ, ਦ ਸਕੋਰਪੀਅਨ ਗੋਡ 1971 ਦੇ ਵਿੱਚ, ਡਾਰਕਨੈਸ ਵਿਜ਼ੀਬਲ 1979 ਦੇ ਵਿੱਚ, ਦ ਪੇਪਰਮੈਨ 1984, ਅਤੇ ਇਹਨਾਂ ਦੀ ਜਿਹੜੀ ਟਰਾਇਲੋਜੀ ਸੀ ਟੂ ਐਂਡਸ ਆਫ ਦ ਅਰਥ, ਇਹਦੇ ਵਿੱਚ ਸੀਗਾ ਰਾਈਟ ਆਫ ਪੈਸੇਜ 1980 ਦੇ ਵਿੱਚ, ਕਲੋਜ਼ ਕੁਆਰਟਰਸ 1987 ਦੇ ਵਿੱਚ, ਫਾਇਰ ਡਾਊਨ ਬਿਲੋ 1989 ਦੇ ਵਿੱਚ, ਅਤੇ ਇੱਕ ਹੋਰ ਨਾਵਲ ਸੀਗਾ ਦ ਡਬਲ ਟੰਗ ਜਿਹੜਾ ਇਹਨਾਂ ਦੀ ਮੌਤ ਤੋਂ ਬਾਅਦ ਪਬਲਿਸ਼ ਹੋਇਆ ਸੀ 1995 ਦੇ ਵਿੱਚ। ਅਤੇ ਇਹਨਾਂ ਦੇ ਕੁਛ ਨੋਨ ਫਿਕਸ਼ਨ ਸੀਗੀਆਂ ਜੀ, ਦ ਹਾਟ ਗੇਟਸ 1965 ਦੇ ਵਿੱਚ, ਅ ਮੂਵਿੰਗ ਟਾਰਗੇਟ 1982 ਦੇ ਵਿੱਚ, ਐਨ ਇਜਿਪਟੀਅਨ ਜਰਨਲ 1985 ਦੇ ਵਿੱਚ। ਇਹਨਾਂ ਦੇ ਕੁਛ ਅਨਪਬਲਿਸ਼ਡ ਜਿਹੜੇ ਵਰਕ ਸੀਗੇ ਉਹ ਵੀ ਸੀਗੇ। ਸੀ ਹਾਰਸ ਵਾਜ਼ ਰਿਟਨ ਇਨ 1948 ਜਿਹੜਾ ਇਹਨਾਂ ਦਾ ਸੀ ਹਾਰਸ ਨਾਵਲ ਸੀਗਾ ਉਹ 1948 ਦੇ ਵਿੱਚ ਲਿਖਿਆ ਗਿਆ ਸੀਗਾ। ਇਟ ਇਜ਼ ਅ ਬਾਇਓਗ੍ਰਾਫੀਕਲ ਅਕਾਊਂਟ ਆਫ ਸੇਲਿੰਗ ਆਫ ਦ ਸਾਊਥ ਕੋਸਟ ਆਫ ਇੰਗਲੈਂਡ ਵਿਲਸ ਦਾ ਟ੍ਰੇਨਿੰਗ ਫॉर ਡੀ, ਜਦੋਂ ਮਤਲਬ ਇਹਨਾਂ ਦੀ ਕੋਈ ਟ੍ਰੇਨਿੰਗ ਚੱਲ ਰਹੀ ਸੀ ਤਾਂ ਉਹਦਾ ਬਾਇਓਗ੍ਰਾਫੀਕਲ ਅਕਾਊਂਟ ਸੀਗਾ ਇਹਨਾਂ ਨੇ ਜਿਹੜਾ ਦਰਸਾਇਆ ਸੀਗਾ, ਜਿਹੜਾ ਪਬਲਿਸ਼ ਨਹੀਂ ਹੋ ਸਕਿਆ ਸੀਗਾ। ਨੈਕਸਟ ਸੀਗਾ ਜੀ ਸਰਕਲ ਅੰਡਰ ਦਾ ਸੀ, ਇਟ ਇਜ਼ ਐਨ ਐਡਵੈਂਚਰ ਨਾਵਲ ਬਾਏ a writer who sails to discover archaeological treasures off the coast of the Scilly Isles। ਤੇ ਇਹ ਇੱਕ ਇਹਨਾਂ ਦਾ ਨਾਵਲ ਸੀਗਾ ਜੀ ਜਿਹੜਾ ਪਬਲਿਸ਼ ਨਹੀਂ ਹੋ ਸਕਿਆ ਸੀ, ਸਰਕਲ ਅੰਡਰ ਦਾ ਸੀ, ਇੱਕ ਐਡਵੈਂਚਰਸ ਨਾਵਲ ਸੀਗਾ। ਨੈਕਸਟ ਹੈ ਜੀ ਸ਼ਾਰਟ ਮੇਅਰ
ਇਜ਼ ਅ ਨਾਵਲ ਸੈਟ ਇਨ ਬ੍ਰਿਟਿਸ਼ ਬੋਰਡਿੰਗ ਸਕੂਲ। ਇੱਕ ਇਹਨਾਂ ਦਾ ਨਾਵਲ ਸੀਗਾ ਸ਼ਾਰਟ ਮੇਅਰ, ਜਿਹੜਾ ਬ੍ਰਿਟਿਸ਼ ਬੋਰਡਿੰਗ ਸਕੂਲ ਦੇ ਵਿੱਚ ਸੈਟਅਪ ਕੀਤਾ ਗਿਆ ਸੀਗਾ। ਇਹ ਇਹਨਾਂ ਦੇ ਫੇਮਸ ਵਰਕ ਸੀਗੇ ਅਤੇ ਇਹਨਾਂ ਦੀ ਬਾਇਓਗ੍ਰਾਫੀ ਸੀ। ਹੋਪ ਕਿ ਇਹ ਵਾਲੀ ਜਿਹੜੀ ਨੌਲੇਜ ਹੈ ਤੁਹਾਡੇ ਲਈ ਯੂਜ਼ਫੁਲ ਹੋਏਗੀ। ਥੈਂਕ ਯੂ।